BDC न्यूज़ का खास धार्मिक नजराना सिख सरगर्मियां लैके मैं हरप्रीत सिंह तुहाडा सब दा स्वागत करदा। जिवें कि तुसीं जाणदे हो, इस प्रोग्राम राहीं असीं अपने दर्शकां नूं सिख कौम दीआं लंघे हफ्ते दीआं कुछ खास धार्मिक गतिविधियां तो जाणू करवाउंदे हां। इन्हां गतिविधियां दे विच खास तौर ते असीं सिख मसले, इतिहासिक दिहाड़े ते देश विदेश दे विच हो रहीआं धार्मिक सरगर्मियां ते झात पाउण दी कोशिश करदे हां। इस तों इलावा श्रोमणी गुरुद्वारा प्रबंधक कमेटी ਵੱਲੋਂ धर्म के प्रचार ते प्रसार दे विच की अहम रोल निभाया जा रहा है, उस बारे भी जानकारी देने हां। सो प्रोग्राम की शुरुआत करदे हां पंथक हलकिਆਂ ਦੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਦੇ ਨਾਲ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਧਰਮ ਤੇ ਪ੍ਰਚਾਰ ਅਤੇ ਪ੍ਰਸਾਰ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਹੀ ਹੈ, ਉੱਥੇ ਹੀ ਦੁਨੀਆ ਭਰ ਦੇ ਵਿੱਚ ਵਸਦੇ ਲੋੜਵੰਦ ਗਰੀਬ ਗੁਰਬਿਆਂ ਦੀ ਜ਼ਰੂਰਤਾਂ ਪੂਰਾ ਕਰਨ ਦੇ ਲਈ ਵੀ ਹਰ ਹੀਲਾ ਤੇ ਯਤਨ ਕਰਦੀ ਹੈ। ਨੇਪਾਲ ਦੇ ਵਿੱਚ ਆਈ ਕੁਦਰਤੀ ਆਫਤ ਦਾ ਸ਼ਿਕਾਰ ਹੋਏ ਲੋਕਾਂ ਦੀ ਮਦਦ ਦੇ ਲਈ ਵੀ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਆਈ ਹੈ। ਨੇਪਾਲ ਦੇ ਵਿੱਚ ਲੰਗਰ ਲਗਾਉਣ ਅਤੇ ਹੋਰ ਜ਼ਰੂਰਤੀ ਸਾਜ਼ੋ ਸਮਾਨ ਸ੍ਰੀ ਹਰਮੰਦਰ ਸਾਹਿਬ ਤੋਂ ਭੇਜਿਆ ਗਿਆ ਅਤੇ ਇਹ ਸਮਾਨ ਚੰਡੀਗੜ੍ਹ ਤੋਂ ਇੱਕ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਰਵਾਨਾ ਹੋਇਆ। ਕਮੇਟੀ ਸਕੱਤਰ ਰੂਪ ਸਿੰਘ ਦੇ ਮੁਤਾਬਕ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਇਸ ਤਰ੍ਹਾਂ ਦੀਆਂ ਕੁਦਰਤੀ ਆਫਤਾਵਾਂ ਦੌਰਾਨ ਲੁਕਾਈ ਦੀ ਮਦਦ ਲਈ ਮੋਹਰੀ ਰਹੀ ਹੈ ਅਤੇ ਇਸ ਵਾਰ ਵੀ ਕਮੇਟੀ ਨੇ ਪਹਿਲ ਕਰਦਿਆਂ ਉੱਥੇ ਪਹਿਲਾਂ ਆਪਣੀ ਕਮੇਟੀ ਭੇਜੀ ਸੀ, ਜਿਸ ਦੇ ਨਿਰਦੇਸ਼ਾਂ ਅਨੁਸਾਰ ਇੱਥੋਂ ਸਮਾਨ ਭੇਜਿਆ ਜਾ ਰਿਹਾ। ਉਹਨਾਂ ਇਹ ਵੀ ਦੱਸਿਆ ਕਿ ਕਮੇਟੀ ਵੱਲੋਂ ਕਾਠਮਾਂਡੂ ਦੇ ਵਿੱਚ ਲੰਗਰ ਲਗਾਇਆ ਗਿਆ ਤਾਂ ਜੋ ਉੱਥੋਂ ਦੇ ਲੋਕਾਂ ਦੀਆਂ ਜ਼ਰੂਰਤਾਂ ਦੇ ਮੁਤਾਬਕ ਸਾਰੀਆਂ ਚੀਜ਼ਾਂ ਪਹੁੰਚਾਈਆਂ ਜਾਣ ਅਤੇ ਇਸ ਤੋਂ ਇਲਾਵਾ ਕੰਬਲ, ਬੱਚਿਆਂ ਲਈ ਦੁੱਧ ਅਤੇ ਹੋਰ ਜ਼ਰੂਰੀ ਸਮਾਨ ਵੀ ਇੱਥੋਂ ਲਗਾਤਾਰ ਭੇਜੇ ਜਾ ਰਹੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਹੋਏ ਨਿਰਦੇਸ਼ਾਂ ਅਨੁਸਾਰ ਪਹਿਲਾਂ ਸਾਡੀ ਇੱਕ ਟੀਮ ਜਥੇਦਾਰ ਰਜਿੰਦਰ ਸਿੰਘ ਮਹਿਤਾ ਦੀ ਅਗਵਾਈ 'ਚ ਨੇਪਾਲ ਪਹੁੰਚ ਚੁੱਕੀ ਆ। ਉਹਨਾਂ ਦੀ ਮੰਗ ਅਨੁਸਾਰ ਜਿਹੜਾ ਲੰਗਰ ਦੀ ਸੇਵਾ ਵਾ ਉਹ ਨੇਪਾਲ ਦੇ ਵਿੱਚ ਕਾਠਮੰਡੂ 'ਚ ਅਸੀਂ ਤਾਜ਼ਾ ਲੰਗਰ ਪਕਾ ਕੇ ਸੰਗਤਾਂ ਨੂੰ ਛਕਾਉਣ ਦੇ ਲਈ ਜਿਹੜੇ ਹੜ੍ਹ ਭੁਚਾਲ ਪੀੜਤ ਨੇ ਉਹਨਾਂ ਦਾ ਪ੍ਰਬੰਧ ਕਰ ਰਹੇ ਆ। ਜਿੱਥੇ ਜਿੱਥੇ ਵੀ ਕੋਈ ਕੁਦਰਤੀ ਤਰਾਸਦੀ ਵਾਪਰਦੀ ਆ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸਾਧਨਾਂ 'ਚੋਂ ਸੇਵਾ ਕਰਕੇ ਮਾਨਵਤਾ ਦੇ ਭਲੇ ਦੇ ਵਿੱਚ ਕਾਰਜ ਕਰਦੀ ਆ, ਲੋਕ ਕਲਿਆਣਕਾਰੀ ਕਾਰਜ ਕਰਦੀ ਆ। ਇਸ ਵਾਰ ਵੀ ਜਿਹੜੀ ਉੱਥੇ ਮਾਨਵਤਾ ਦਾ ਘਾਣ ਹੋਇਆ ਭੁਚਾਲ ਦੌਰਾਨ ਉਹਦੀ ਸਹਾਇਤਾ ਦੇ ਲਈ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਹੀ ਉੱਥੇ ਪਹੁੰਚੀ ਆ। ਕੱਲ੍ਹ ਨੂੰ ਵੀ ਸਰਦਾਰ ਦਲਮੇਘ ਸਿੰਘ ਦੀ ਅਗਵਾਈ 'ਚ ਸਕੱਤਰ ਸ਼੍ਰੋਮਣੀ ਕਮੇਟੀ ਦੀ ਅਗਵਾਈ 'ਚ ਸਾਡੀ ਜਿਹੜੀ ਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਲਾਂਗਰੀ ਤੇ ਜਿਹੜੇ ਲੰਗਰ ਪਕਾਉਣ ਵਾਲੇ ਤੇ ਵਰਤਾਉਣ ਵਾਲੇ ਸਰਦਾਰ ਭੁਪਿੰਦਰਪਾਲ ਸਿੰਘ ਜੀ ਮੀਤ ਸਕੱਤਰ ਜਿਹੜੇ ਕਿ ਪ੍ਰਬੰਧ ਨੂੰ ਦੇਖਣਗੇ। ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਪਕਾਉਣ ਲਈ ਇੱਥੋਂ ਲਾਂਗਰੀ ਵੀ ਭੇਜੇ ਗਏ। ਨਾਲ ਹੀ ਉਹਨਾਂ ਇਹ ਵੀ ਦੱਸਿਆ ਕਿ ਜਦ ਤੱਕ ਉੱਥੋਂ ਦੇ ਹਾਲਾਤ ਸੁਖਾਵੇਂ ਨਹੀਂ ਬਣ ਜਾਂਦੇ ਤਦ ਤੱਕ ਹੀ ਕਮੇਟੀ ਸੇਵਾ ਨਿਭਾਉਂਦੀ ਰਹੇਗੀ। ਸੋ ਵਾਕਈ ਹਰ ਮੁਸ਼ਕਲ ਅਤੇ ਕੁਦਰਤੀ ਆਫਤ ਵੇਲੇ ਰੱਬ ਬਣ ਕੇ ਪਹੁੰਚਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਉਮੀਦ ਕਰਦੇ ਹਾਂ ਕਿ ਜਦ ਤੱਕ ਉੱਥੋਂ ਦੇ ਹਾਲਾਤ ਬਿਲਕੁਲ ਠੀਕ ਨਹੀਂ ਹੋ ਜਾਂਦੇ ਤਦ ਤੱਕ ਕਮੇਟੀ ਆਪਣੀ ਸੇਵਾ ਇਸੇ ਤਰ੍ਹਾਂ ਨਿਭਾਉਂਦੀ ਰਹੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਸ਼੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਅਤੇ ਸ਼੍ਰੀ ਗੁਰੂ ਰਾਮਦਾਸ ਕਾਲਜ ਆਫ ਨਰਸਿੰਗ ਵੱਲੋਂ ਨੈਸ਼ਨਲ ਅਕੈਡਮੀ ਆਫ ਮੈਡੀਕਲ ਸਾਇੰਸ ਨਵੀਂ ਦਿੱਲੀ ਦੀ ਰਹਿਨੁਮਾਈ ਹੇਠਾਂ ਸ਼ੂਗਰ ਰੋਗੀਆਂ ਦੀ ਨਰਸਿੰਗ ਦੇਖਭਾਲ ਬਾਰੇ ਇੱਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦਾ ਉਦਘਾਟਨ ਮੁੱਖ ਮਹਿਮਾਨ ਜੋਗਿੰਦਰ ਸਿੰਘ ਅਦਲੀਵਾਲ ਵੱਲੋਂ ਕੀਤਾ ਗਿਆ। ਕਾਲਜ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕਰਕੇ ਇਸ ਸੈਮੀਨਾਰ ਦੀ ਸ਼ੁਰੂਆਤ ਕੀਤੀ ਗਈ। ਸੈਮੀਨਾਰ ਦੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਡਾਕਟਰ ਹਰਦਾਸ ਸਿੰਘ ਸੰਧੂ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਵੱਧਦੀ ਜਾ ਰਹੀ ਸ਼ੂਗਰ ਦੀ ਬਿਮਾਰੀ ਪ੍ਰਤੀ ਨਰਸਿੰਗ ਵਿਦਿਆਰਥੀਆਂ ਵੱਲੋਂ ਕੀਤੀ ਜਾ ਰਹੀ ਦੇਖਭਾਲ ਬਹੁਤ ਜ਼ਰੂਰੀ ਬਣ ਜਾਂਦੀ ਹੈ। ਜਿੱਥੇ ਡਾਕਟਰ ਆਪਣਾ ਫਰਜ਼ ਬਖੂਬੀ ਨਿਭਾ ਰਹੇ ਨੇ, ਉੱਥੇ ਨਰਸਿੰਗ ਵਿਦਿਆਰਥੀਆਂ ਦੀ ਰੋਗੀ ਪ੍ਰਤੀ ਸੇਵਾ ਬਖੂਬੀ ਨਿਭਾਉਣਾ ਬਹੁਤ ਜ਼ਰੂਰੀ ਹੋ ਗਿਆ। ਅਕੈਡਮੀ ਆਫ ਮੈਡੀਕਲ ਸਾਇੰਸਿਸ ਜਿਹੜੀ ਇੱਕ ਆਲ ਇੰਡੀਆ ਆਰਗੇਨਾਈਜੇਸ਼ਨ ਹੈ, ਉਹਨੇ ਇੱਕ ਬੇੜਾ ਚੁੱਕਿਆ ਹੋਇਆ ਹੈ ਕਿ ਕੰਟਰੀ ਦੇ ਵਿੱਚ ਪੇਸ਼ੈਂਟ ਦੀ ਕੇਅਰ ਇੰਪਰੂਵ ਕਰਨੀ ਹੈ ਤੇ ਮੈਡੀਕਲ ਐਜੂਕੇਸ਼ਨ ਦਾ ਸਟੈਂਡਰਡ ਇੰਪਰੂਵ ਕਰਨਾ ਹੈ। ਇਸ ਪ੍ਰੋਗਰਾਮ ਦੇ ਅੰਡਰ ਉਹ ਕਈ ਰੀਜਨਲ ਸਿੰਪੋਜ਼ੀਆ ਆਰਗੇਨਾਈਜ਼ ਕਰ ਰਹੇ ਨੇ। ਇਹ ਹੈ ਨਰਸਿੰਗ ਕੇਅਰ  of a patient suffering from diabetes type 2। 2 December 2023 को 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 2 December 2023 को
ਇਸ ਦੇ ਵਿੱਚ ਨਰਸਿੰਗ ਕੇਅਰ ਜਿਹੜੀ ਹੈ ਉਹ ਪੇਸ਼ੈਂਟ ਨੂੰ ਜਿਹੜੀ ਦਿੱਤੀ ਜਾਂਦੀ ਹੈ ਜਿਹੜੇ ਡਾਇਬੀਟੀਜ਼ ਦੇ ਨੇ ਉਹ ਇੰਪਰੂਵ ਕਰਨ ਦਾ ਮਤਲਬ ਹੈ। ਇਹਦੇ ਵਿੱਚ ਬੜੇ ਸਪੀਕਰ ਜਿਹੜੇ ਆ ਰਹੇ ਨੇ ਉਹ ਹਾਈਲੀ ਕੁਆਲੀਫਾਈਡ ਨੇ ਤੇ ਜਿਨ੍ਹਾਂ ਦਾ ਨਰਸਿੰਗ ਐਜੂਕੇਸ਼ਨ ਔਰ ਨਰਸਿੰਗ ਕੇਅਰ ਆਫ ਦ ਪੇਸ਼ੈਂਟਸ ਬਹੁਤ ਐਕਸਪੀਰੀਅੰਸ ਉਹ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਹੇ ਨੇ। ਇਹ ਸਾਰੇ ਕੰਟਰੀ ਤੋਂ ਇੱਥੇ ਆਏ ਹੋਏ ਨੇ ਤੇ ਇਹਦੇ ਕੋਈ 300 ਤੋਂ ਜ਼ਿਆਦਾ ਡੈਲੀਗੇਟ ਅਟੈਂਡ ਕਰ ਰਹੇ ਨੇ ਜਿਨ੍ਹਾਂ ਨੂੰ ਇਹਦਾ ਫਾਇਦਾ ਹੋਏਗਾ। ਇਹਦੇ ਨਾਲ ਪੇਸ਼ੈਂਟ ਕੇਅਰ ਜਿਹੜੀ ਹੈ ਇੰਪਰੂਵ ਹੋਏਗੀ ਤੇ ਇਸ ਦੇ ਲਈ ਹੀ ਇਹ ਟ੍ਰੇਨਿੰਗ ਪ੍ਰੋਗਰਾਮ ਕਰਵਾਏ ਜਾ ਰਹੇ ਨੇ। ਇਸ ਸੈਮੀਨਾਰ ਦੇ ਵਿੱਚ ਮਾਹਿਰ ਵਿਦਵਾਨਾਂ ਨੇ ਸ਼ੂਗਰ ਰੋਗ ਦੇ ਪਹਿਲੂਆਂ ਜਿਵੇਂ ਕਿ ਸ਼ੂਗਰ ਰੋਗੀ ਦੀ ਜਾਂਚ, ਸ਼ੂਗਰ ਦੀਆਂ ਸਮੱਸਿਆਵਾਂ, ਪੋਸ਼ਣ ਅਤੇ ਜ਼ਰੂਰਤਾਂ, ਇਸ ਤੋਂ ਇਲਾਵਾ ਪੈਰਾਂ ਦੀ ਸਾਂਭ ਸੰਭਾਲ ਬਾਰੇ ਵੀ ਵਿਚਾਰ ਵਟਾਂਦਰਾ ਦਿੱਤਾ। ਮਰੀਜ਼ਾਂ ਦੀ ਦੇਖਭਾਲ ਦੇ ਲਈ ਨਰਸਿੰਗ ਕੇਅਰ ਨੂੰ ਹੋਰ ਕਿਵੇਂ ਬਿਹਤਰ ਕੀਤਾ ਜਾ ਸਕਦਾ ਹੈ, ਇਸ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ। ਫਤਿਹਗੜ੍ਹ ਸਾਹਿਬ ਵਿਖੇ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਚੱਲ ਰਹੇ ਉੱਤਰੀ ਭਾਰਤ ਦੇ ਪਹਿਲੇ ਖੁਦ ਮੁਖਤਿਆਰੀ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਕਾਲਜ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਪ੍ਰਬੰਧਿਤ ਕੀਤਾ ਗਿਆ। ਇਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਖਾਸ ਤੌਰ ਤੇ ਪਹੁੰਚੇ। ਕਾਲਜ ਦੇ ਇਸ ਇਨਾਮ ਵੰਡ ਸਮਾਰੋਹ ਦੇ ਵਿੱਚ 638 ਵਿਦਿਆਰਥੀਆਂ ਵਿੱਚੋਂ 86 ਵਿਦਿਆਰਥੀਆਂ ਨੂੰ ਰੋਲ ਆਫ ਆਨਰ, 292 ਵਿਦਿਆਰਥੀਆਂ ਨੂੰ ਕਾਲਜ ਕਲਰ, 60 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਅਤੇ 200 ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟਸ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾਕਟਰ ਜਤਿੰਦਰ ਸਿੰਘ ਸਿੱਧੂ ਨੇ ਸਮਾਗਮ ਵਿੱਚ ਪਹੁੰਚੀਆਂ ਸ਼ਖਸੀਅਤਾਂ ਨੂੰ ਜੀ ਆਇਆਂ ਕਿਹਾ ਤੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੀਆਂ ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਸਰਗਰਮੀਆਂ ਉੱਤੇ ਚਾਨਣਾ ਪਾਇਆ। ਸਾਲਾਨਾ ਇਨਾਮ ਵੰਡ ਸਮਾਰੋਹ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਜੀ ਪਹੁੰਚੇ। ਉਹਨਾਂ ਨੇ ਤਕਰੀਬਨ 86 ਰੋਲ ਆਫ ਆਨਰ, 292 ਕਾਲਜ ਕਲਰ ਤੇ 200 ਤੋਂ ਜ਼ਿਆਦਾ ਮੈਰਿਟ ਸਰਟੀਫਿਕੇਟ ਤੇ ਇਸ ਤੋਂ ਇਲਾਵਾ 60 ਦੇ ਕਰੀਬ ਲੋੜਵੰਦ ਬੱਚਿਆਂ ਨੂੰ ਜਿਹੜੀਆਂ ਸਕਾਲਰਸ਼ਿਪ ਜੇ ਵੱਖੋ ਵੱਖਰੀਆਂ ਹਸਤੀਆਂ ਨੇ ਆਪਣੇ ਪੇਰੈਂਟਸ ਦੇ ਜਾਂ ਹੋਰ ਕਿਸੇ ਦੀ ਯਾਦ ਨੂੰ ਸਮਰਪਿਤ ਉਹ ਬੱਚਿਆਂ ਨੂੰ ਦਿੰਦੇ ਨੇ। ਇਸ ਦੇ ਨਾਲ ਹੀ ਅਸੀਂ 10 ਜਿਹੜੇ ਹੈ ਟੌੜਾ ਸਾਹਿਬ ਦੀ ਯਾਦਗਾਰੀ ਜਿਹੜੇ ਬੱਚਿਆਂ ਨੂੰ ਸਕਾਲਰਸ਼ਿਪ ਦਿੰਦੇ ਆ ਜਿਹੜੇ ਬੱਚੇ ਕੇ ਪੂਰੇ ਸਾਫ਼ ਸੂਰਤ ਤੇ ਅੰਮ੍ਰਿਤਧਾਰੀ ਹੁੰਦੇ ਨੇ। ਇਸ ਮੌਕੇ ਕਾਲਜ ਦੇ ਪਬਲਿਕੇਸ਼ਨ ਬਿਊਰੋ ਵੱਲੋਂ ਪ੍ਰਕਾਸ਼ਿਤ ਪੁਸਤਕ ਪੰਜਾਬੀ ਅਦਬ ਦੀ ਸ਼ਾਹਸਵਾਰ ਰਿਲੀਜ਼ ਕੀਤੀ ਗਈ। ਇਸ ਮੌਕੇ ਉਤੇ ਮੁੱਖ ਮਹਿਮਾਨ ਡਾਕਟਰ ਜਸਪਾਲ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮਾਤਾ ਗੁਜਰੀ ਕਾਲਜ ਨੇ ਜਿੱਥੇ ਸਿੱਖਿਆ ਦੇ ਹਰ ਖੇਤਰ ਵਿੱਚ ਉੱਚੇ ਮਿਆਰ ਸਥਾਪਿਤ ਕਰਕੇ ਉਸਾਰੂ ਵਿਦਿਅਕ ਮਾਹੌਲ ਕਾਇਮ ਕੀਤਾ ਹੈ, ਉੱਥੇ ਪੰਜਾਬੀ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਵਿੱਚ ਵੀ ਮਾਤਾ ਗੁਜਰੀ ਕਾਲਜ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਉਨ੍ਹਾਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਅਜੋਕੇ ਮੁਕਾਬਲੇ ਦੇ ਯੁੱਗ ਵਿੱਚ ਕੇਵਲ ਉਹੀ ਦੇਸ਼, ਕੌਮ ਅਤੇ ਸਮਾਜ ਤਰੱਕੀ ਕਰ ਸਕਣਗੇ ਜੋ ਸਿੱਖਿਆ ਦੇ ਖੇਤਰ ਵਿੱਚ ਤਰੱਕੀ ਕਰਨਗੇ। ਉਨ੍ਹਾਂ ਇਸ ਗੱਲ ਉੱਤੇ ਵੀ ਖੁਸ਼ੀ ਜ਼ਾਹਿਰ ਕੀਤੀ ਕਿ ਪਿਛਲੇ 2-3 ਦਹਾਕਿਆਂ ਤੋਂ ਸਾਡੇ ਸਮਾਜ ਦੇ ਵਿੱਚ ਇਹ ਉਸਾਰੂ ਤਬਦੀਲੀ ਆਈ ਹੈ ਕਿ ਹੁਣ ਕੁੜੀਆਂ ਨੂੰ ਵੀ ਮੁੰਡਿਆਂ ਦੇ ਬਰਾਬਰ ਵਿੱਦਿਆ ਪ੍ਰਾਪਤੀ ਦੇ ਮੌਕੇ ਮਿਲ ਰਹੇ ਨੇ, ਜਿਸ ਕਰਕੇ ਉਹ ਹਰ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਦੇਸ਼ ਦਾ ਨਾਮ ਉੱਚਾ ਕਰ ਰਹੀਆਂ ਨੇ। ਮੈਨੂੰ ਬਹੁਤ ਖੁਸ਼ੀ ਹੈ ਅੱਜ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਿੱਚ ਇਨਾਮ ਵੰਡ ਸਮਾਰੋਹ 'ਚ ਸ਼ਿਰਕਤ ਕਰਨ ਦਾ ਮੈਨੂੰ ਮੌਕਾ ਮਿਲਿਆ। ਵੱਡੀ ਗੱਲ ਇਹ ਹੈ ਕਿ ਕਾਲਜ ਐਸੀ ਮਹਾਨ ਇਤਿਹਾਸਕ ਧਰਤੀ 'ਤੇ ਸਥਿਤ ਹੈ ਜਿਸ ਦਾ ਇਤਿਹਾਸ ਵਿੱਚ ਇੱਕ ਬਹੁਤ ਵੱਡਾ ਮੁਕਾਮ ਹੈ। ਔਰ ਦੂਸਰੀ ਗੱਲ, ਜਦੋਂ ਮੈਂ ਕਾਲਜ ਦੇ ਇਨਫਰਾਸਟ੍ਰਕਚਰ ਵੱਲ ਔਰ ਕਾਲਜ ਦੇ ਜਿਹੜੀਆਂ ਸਹੂਲਤਾਂ ਬੱਚਿਆਂ ਨੂੰ ਪ੍ਰਾਪਤ ਨੇ ਔਰ ਕਾਲਜ ਦਾ ਮਾਹੌਲ ਔਰ ਇੱਥੇ ਚੱਲਦੇ ਕੋਰਸਿਸ ਔਰ ਇੱਥੋਂ ਦੇ ਸਟਾਫ ਵੱਲ ਦੇਖਦਾ ਤਾਂ ਮੈਨੂੰ ਉੱਚੀ ਖੁਸ਼ੀ ਹੁੰਦੀ ਹੈ ਔਰ ਮੈਂ ਬਹੁਤ ਮੁਬਾਰਕ ਪ੍ਰਿੰਸੀਪਲ ਸਾਹਿਬ ਨੂੰ ਔਰ ਸਾਰੇ ਸਟਾਫ ਨੂੰ ਔਰ ਸਾਰੇ ਵਿਦਿਆਰਥੀਆਂ ਨੂੰ ਦੇਣੀ ਚਾਹੁੰਦਾ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਨੇ ਵਿਦਿਅਕ ਮਾਹੌਲ ਦੀ ਸ਼ਲਾਘਾ ਕਰਦਿਆਂ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਕਾਲਜ ਨੇ ਇੱਕ ਆਪਣੇ ਆਪ ਨੂੰ ਇੱਕ ਨਮੂਨਾ ਪੇਸ਼ ਕੀਤਾ, ਬੱਚਿਆਂ ਦੇ ਪੱਖੋਂ ਵੀ, ਪੜ੍ਹਾਈ ਦੇ ਪੱਖੋਂ ਵੀ, ਖੇਡਾਂ ਦੇ ਪੱਖੋਂ ਵੀ, ਔਰ ਜੋ ਇੱਥੋਂ ਤੱਕ ਵੀ ਜੋ ਯੂਨੀਵਰਸਿਟੀ ਦਾ ਵਿਸ਼ਾਲ ਕੈਂਪਸ ਹੈ, ਇਸ ਪੱਖੋਂ ਵੀ ਕਾਲਜ ਦਾ ਜੋ ਵਿਸ਼ਾਲ ਕੈਂਪਸ ਹੈ। ਬੱਚਿਆਂ ਨੇ ਇਨਾਮ ਪ੍ਰਾਪਤ ਕੀਤੇ, ਉਹਨਾਂ ਨੂੰ ਮੈਂ ਵਧਾਈ ਦਿੰਦਾ। ਜਿਹੜੇ ਬੱਚੇ ਨਹੀਂ ਕਰ ਸਕੇ ਉਹਨਾਂ ਲਈ ਅਰਦਾਸ ਕਰਦੇ ਹਾਂ ਕਿ ਉਹ ਅਗਲੇ ਸੈਸ਼ਨ ਦੇ ਵਿੱਚ ਇਨਾਮ ਪ੍ਰਾਪਤ ਕਰ ਸਕਣ। ਛੋਟੇ ਜਿਹੇ ਬ੍ਰੇਕ ਲਈ ਤੁਰ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ।
ਅਸੀਂ ਪੰਜਾਬ ਵਿੱਚ ਤੇ ਐਜੂਕੇਸ਼ਨ ਦਾ ਬੜਾ ਮਾੜਾ ਹਾਲ ਹੈ। ਪੰਜਾਬ ਵਿੱਚ ਜਿਹੜੇ 5ਵੀਂ ਦੇ ਬੱਚੇ ਨੇ, ਅੱਧੇ ਬੱਚਿਆਂ ਨੂੰ ਤੀਜੀ ਦੀ ਮੈਥ ਕਰਨੀ ਨਹੀਂ ਆਉਂਦੀ। ਤੇ ਹੁਣ ਅਗਰ ਕੋਈ ਟੀਚਰ ਹੈਗੀ ਆ 5ਵੀਂ ਦੀ ਕਲਾਸ ਪੜ੍ਹਾ ਰਹੀ ਹੈ ਤੇ ਉਸ ਕਲਾਸ ਵਿੱਚ 5ਵੀਂ ਦੇ ਲੈਵਲ ਦੇ ਬੱਚੇ ਹੋਣਗੇ, ਕੁਝ ਬੱਚੇ ਹੋਣਗੇ ਜੋ ਤੀਜੀ ਦੇ ਲੈਵਲ ਤੇ ਹੈਗੇ ਨੇ, ਕੁਝ ਬੱਚੇ ਹੋਣਗੇ ਜੋ ਪਹਿਲੇ ਦੇ ਲੈਵਲ ਤੇ ਹੈਗੇ ਨੇ। ਹੁਣ ਇੱਕ ਟੀਚਰ ਕਿਸ ਨੂੰ ਕੀ ਪੜ੍ਹਾਏ? ਤੇ ਇਹ ਟੀਚਰਸ ਵਾਸਤੇ ਔਖਾ ਹੈਗਾ, ਬੱਚਿਆਂ ਵਾਸਤੇ ਵੀ ਬੜਾ ਔਖਾ ਹੈਗਾ। ਬੱਚੇ ਕੋਸ਼ਿਸ਼ ਕਰਦੇ ਨੇ, ਉਹਨਾਂ ਨੂੰ ਸਮਝ ਨਹੀਂ ਆਉਂਦੀ, ਉਹ ਡਿਸਕਰੇਜ ਹੋ ਕੇ ਤੇ ਪੜ੍ਹਨਾ ਹੀ ਛੱਡ ਦਿੰਦੇ ਨੇ। ਤੇ ਹੁਣ ਅਸੀਂ ਇਹ ਜਿਹੜਾ ਪ੍ਰੋਗਰਾਮ ਬਣਾਇਆ ਹੈਗਾ, ਇਹ ਟੈਬਲੇਟਸ ਤੇ ਬੱਚਿਆਂ ਨੂੰ ਮੈਥ ਸਿਖਾਉਂਦਾ। ਹੋਰ ਹਰ ਇੱਕ ਬੱਚੇ ਨੂੰ ਆਪਣੇ ਹੀ ਲੈਵਲ ਦੇ ਹਿਸਾਬ ਨਾਲ ਸਿਖਾਉਂਦਾ। ਜਿਹੜਾ ਬੱਚਾ ਪਹਿਲੇ ਦੇ ਲੈਵਲ ਤੇ ਹੈਗਾ ਉਸਨੂੰ ਉਸ ਤਰ੍ਹਾਂ ਦੇ ਸਵਾਲ ਆਉਣਗੇ, ਆਪਣੇ ਆਪਣੇ ਪੇਸ ਤੇ ਇਨਕਰੇਜ ਕਰਕੇ ਬੱਚਿਆਂ ਨੂੰ ਅੱਗੇ ਲੈ ਕੇ ਜਾਏਗਾ ਕਿ ਹਰ ਇੱਕ ਬੱਚੇ ਦੀ ਆਪਣੇ ਹਿਸਾਬ ਨਾਲ ਸਮਝ ਵਧੇ। ਤੇ ਹੁਣ ਇਹ ਜਿਹੜਾ ਪ੍ਰੋਗਰਾਮ ਹੈਗਾ, ਅਸੀਂ ਪਿਛਲੇ ਸਾਲ ਤੋਂ ਸਕੂਲਾਂ 'ਚ ਚਲਾਇਆ ਹੈਗਾ ਪੰਜਾਬ ਵਿੱਚ, ਤੇ ਅਸੀਂ ਇਸ ਨੂੰ ਇਵੈਲੂਏਟ ਕੀਤਾ ਹੈਗਾ। ਤੇ ਅਸੀਂ ਜਿਹੜੇ ਰਿਜ਼ਲਟ ਦੇਖ ਰਹੇ ਹਾਂ ਉਹ ਕਾਫੀ ਵਧੀਆ ਨੇ। ਬੱਚਿਆਂ ਨੂੰ ਕਾਫੀ ਫਾਇਦਾ ਹੋ ਰਿਹਾ, ਕਾਫੀ ਉਹਨਾਂ ਦੀ ਜਿਹੜੀ ਮੈਥਮੈਟਿਕਸ ਵਿੱਚ ਸਮਝ ਹੈਗੀ ਆ ਕਾਫੀ ਵਧੀ ਹੈ। ਸੰਸਥਾ ਦੀ ਮੈਂਬਰ ਇੰਚਾਰਜ ਤੇ ਸ਼੍ਰੋਮਣੀ ਕਮੇਟੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਯਤੀਮਖਾਨੇ ਵਿੱਚ ਆਉਣ ਵਾਲੇ ਬੱਚਿਆਂ ਦਾ ਵਿਦਿਅਕ ਸਤਰ ਕਾਫੀ ਨਿਚਲੇ ਪੱਧਰ ਦਾ ਹੁੰਦਾ ਹੈ। ਇੱਥੇ ਆਉਣ ਵਾਲਾ ਵਿਦਿਆਰਥੀ ਆਪਣੀ ਉਮਰ ਮੁਤਾਬਿਕ ਸਕੂਲ ਦੀ ਕਲਾਸ ਵਿੱਚ ਨਹੀਂ ਬੈਠ ਸਕਦਾ ਤੇ ਉਮਰ ਵਧੇਰੇ ਹੋਣ ਕਰਕੇ ਉਹਨਾਂ ਨੂੰ ਛੋਟੀ ਕਲਾਸ ਵਿੱਚ ਵੀ ਨਹੀਂ ਬਿਠਾਇਆ ਜਾ ਸਕਦਾ। ਇਸ ਮੁਸ਼ਕਿਲ ਨੂੰ ਦੂਰ ਕਰਨ ਲਈ ਸਦਾ ਸਾਥ ਇਸ ਕੰਪਨੀ ਵੱਲੋਂ ਦਿੱਤਾ ਗਿਆ ਹੈ। ਕੰਪਨੀ ਵੱਲੋਂ ਸਕੂਲ ਦੇ 30 ਬੱਚੇ ਨੂੰ ਟੈਬਲੇਟ ਦਿੱਤੇ ਗਏ ਨੇ, ਜਿਸ ਰਾਹੀਂ ਇਹ ਬੱਚੇ ਆਪਣੇ ਹਿਸਾਬ ਦੇ ਵਿਸ਼ੇ ਨੂੰ ਨਾ ਸਗੋਂ ਬਖੂਬੀ ਬਲਕਿ ਉਤਸੁਕਤਾ ਨਾਲ ਹੱਲ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਟੈਬਲੇਟ ਵਿੱਚ ਇੱਕ ਅਜਿਹਾ ਪ੍ਰੋਗਰਾਮ ਦਿੱਤਾ ਗਿਆ ਹੈ ਜਿਸ ਰਾਹੀਂ ਬੱਚੇ ਪਹਿਲਾਂ ਆਪਣਾ ਸਵਾਲ ਕਾਪੀ ਤੇ ਹੱਲ ਕਰਦੇ ਨੇ ਤੇ ਜੇ ਉਹਨਾਂ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਇਹ ਟੈਬਲੇਟ ਉਹਨਾਂ ਦੀ ਮੁਸ਼ਕਿਲ ਨੂੰ ਹੱਲ ਕਰਨ ਦੇ ਵਿੱਚ ਮਦਦ ਕਰਦਾ ਹੈ। ਉਨ੍ਹਾਂ ਕਿਹਾ ਕਿ ਯਤੀਮਖਾਨੇ ਵਿੱਚ ਇਸ ਵੇਲੇ 300 ਬੱਚੇ ਪੜ੍ਹਦੇ ਨੇ। ਨਰਸਰੀ ਤੋਂ ਲੈ ਕੇ +2 ਤੱਕ ਦੇ ਵਿਦਿਆਰਥੀਆਂ ਨੂੰ ਇਹ ਸਹੂਲਤ ਕੰਪਨੀ ਦੇ ਰਹੀ ਹੈ, ਜਿਸ ਨਾਲ ਇਹਨਾਂ ਦਾ ਆਤਮ ਸਨਮਾਨ ਵਧੇਗਾ। ਖਾਲਸਾ ਦੀਵਾਨ ਦੀ ਇੰਸਟੀਟਿਊਸ਼ਨ ਸੈਂਟਰਲ ਖਾਲਸਾ ਆਰਫਨੇਜ ਦੇ ਵਿੱਚ ਜਿਹੜਾ ਸਕੂਲ ਚੱਲਦਾ ਹੈ ਸ਼ਹੀਦ ਊਧਮ ਸਿੰਘ ਦੇ ਨਾਂ ਤੇ, ਇਸ ਸਕੂਲ ਦੇ ਵਿੱਚ ਸਾਡੇ ਕੋਲ ਆਰਫਨੇਜ ਦੇ ਬੱਚੇ ਸਾਰੇ ਪੜ੍ਹ ਰਹੇ ਹਨ। ਸਾਨੂੰ ਇਸ ਸਕੂਲ ਦੇ ਵਿੱਚ ਬੜੇ ਦੂਸਰੇ ਸਕੂਲਾਂ ਨਾਲੋਂ ਵੱਖਰੇ ਕਿਸਮ ਦੇ ਮਸਲੇ ਸਾਹਮਣੇ ਆਉਂਦੇ ਹਨ। ਮਿਸਾਲ ਦੇ ਤੌਰ ਤੇ ਕਿਉਂਕਿ ਸਾਡੇ ਕੋਲ ਯਤੀਮ ਬੱਚੇ ਨੇ ਤੇ ਉਹਨਾਂ ਦੇ ਇੱਥੇ ਆਉਣ ਦਾ ਕੋਈ ਸਮਾਂ ਨਹੀਂ ਹੁੰਦਾ। ਕਈ ਵਾਰ ਹੁੰਦਾ ਹੈ ਕਿ ਬੱਚਾ ਸਾਡੇ ਕੋਲ 5ਵੀਂ ਦਾ ਆਉਂਦਾ ਹੈ ਪਰ ਉਹ ਘਰ ਦੇ ਹਾਲਾਤਾਂ ਤੋਂ ਇਹੋ ਜਿਹੇ ਹਾਲਾਤਾਂ 'ਚੋਂ ਗੁਜ਼ਰਿਆ ਹੁੰਦਾ ਹੈ ਕਿ ਉਹਦੀ ਜਿਹੜੀ ਪੜ੍ਹਾਈ ਲਿਖਾਈ ਹੈ ਉਹ ਕਿਤੇ ਪਿੱਛੇ ਰਹਿ ਜਾਂਦੀ ਹੈ। ਉਹਦਾ ਟੈਸਟ ਲਈਏ ਤਾਂ ਉਹ ਦੂਜੀ ਕਲਾਸ ਦਾ ਲੈਵਲ ਦਾ ਨਿਕਲਦਾ ਹੈ, ਪਰ ਉਹਨੂੰ ਛੋਟੇ ਬੱਚਿਆਂ ਨਾਲ ਬਿਠਾਇਆ ਨਹੀਂ ਜਾ ਸਕਦਾ, ਹੋਰ ਮਸਲੇ ਹੋ ਜਾਂਦੇ ਨੇ। ਸੋ ਮਜਬੂਰਨ ਕਈ ਵਾਰ ਸਾਨੂੰ ਨਲਾਇਕ ਬੱਚਿਆਂ ਨੂੰ ਵੱਡੀ ਕਲਾਸ 'ਚ ਬਿਠਾਉਣਾ ਪੈਂਦਾ ਹੈ ਔਰ ਉਹਦੇ ਨਾਲ ਉਸ ਬੱਚੇ ਦੀ ਹਮੇਸ਼ਾ ਜਿਹੜੀ ਪ੍ਰੋਬਲਮ ਹੈ ਉਹ ਤੁਰੀ ਰਹਿੰਦੀ ਹੈ। ਹੁਣ ਇਹ ਜਿਹੜਾ ਟੈਬਲੇਟ ਦੇ ਨਾਲ ਬੱਚਿਆਂ ਨੂੰ ਪੜ੍ਹਾਉਣ ਦਾ ਅਸੀਂ ਇੱਕ ਉਪਰਾਲਾ ਪਿਕਸਟੈਲ ਕੰਪਨੀ ਦੇ ਨਾਲ ਸ਼ੁਰੂ ਕੀਤਾ ਹੈ, ਉਹਦੇ ਨਾਲ ਸਾਨੂੰ ਇਹ ਆਸ ਹੈਗੀ ਹੈ ਕਿ ਜਿਹੜੇ ਬੱਚੇ ਕਮਜ਼ੋਰ ਹਨ, ਜਿਨ੍ਹਾਂ ਦਾ ਬੇਸ ਕਮਜ਼ੋਰ ਹੈ, ਉਹ ਉਸੇ ਕਲਾਸ 'ਚ ਬਹਿ ਕੇ ਤੇ ਉਹ ਆਪਣੇ ਲੈਵਲ ਦੇ ਸਵਾਲ ਕੱਢ ਸਕਦੇ ਨੇ ਮੈਥਸ ਦੇ ਵਿੱਚ। ਜਿਹੜਾ ਹੁਸ਼ਿਆਰ ਬੱਚਾ ਹੈ ਉਹ ਆਪਣੇ ਲੈਵਲ ਦੇ ਸਵਾਲ ਕੱਢ ਸਕਦਾ ਹੈ। ਸੋ ਜਿਹੜੀ ਟੀਚਰ ਇੱਕ ਬੱਚੇ ਨੂੰ ਵੱਖਰੀ ਅਟੈਂਸ਼ਨ ਨਹੀਂ ਦੇ ਸਕਦੀ, ਉਹ ਟੀਚਰ ਵਾਸਤੇ ਸੰਭਵ ਹੋਏਗਾ ਕਿ ਬੱਚੇ ਕੋਲ ਜਾ ਕੇ ਦੇਖੇ ਕਿ ਉਹ ਕਿਸ ਲੈਵਲ ਤੇ ਬੈਠਾ ਹੈ ਔਰ ਕੀ ਕਰ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਚੱਲ ਰਹੀ ਵਿੱਦਿਆ ਦੀ ਪ੍ਰਮੁੱਖ ਸੰਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਗੁਰਮੋਹਨ ਸਿੰਘ ਵਾਲੀਆ ਦੀ ਸਰਪ੍ਰਸਤੀ ਹੇਠਾਂ ਇੱਕ ਕਾਨਫਰੰਸ ਕਰਵਾਈ ਗਈ। ਇਸ ਦਾ ਮੁੱਖ ਮੰਤਵ ਸਦਾਚਾਰ, ਮਨੁੱਖੀ ਕਦਰਾਂ ਕੀਮਤਾਂ ਅਤੇ ਸਮਾਜਿਕ ਬੁਰਾਈਆਂ ਨੂੰ ਕਾਬੂ ਕਰਨ ਹਿੱਤ ਕੋਰਸ ਬਣਾਉਣੇ, 21ਵੀਂ ਸਦੀ ਵਿੱਚ ਉਚੇਰੀ ਵਿੱਦਿਆ ਨੂੰ ਦਰਪੇਸ਼ ਚੁਣੌਤੀਆਂ ਲਈ ਵਿਚਾਰ ਵਟਾਂਦਰਾ ਕਰਨਾ, ਸਾਰੇ ਕਾਲਜਾਂ ਵਿੱਚ ਧਾਰਮਿਕ, ਸੱਭਿਆਚਾਰਕ ਅਤੇ ਸਹੀ ਵਿੱਦਿਅਕ ਸਰਗਰਮੀਆਂ ਕਰਵਾਉਣਾ ਤੇ ਚਿੱਤਰਕਲਾ, ਸੰਗੀਤ ਅਤੇ ਹੋਰ ਕੋਮਲ ਕਲਾਵਾਂ ਨੂੰ ਪ੍ਰਫੁੱਲਿਤ ਕਰਨਾ ਤੇ ਵਿਦਿਆਰਥੀਆਂ ਵਿੱਚ ਸੰਚਾਰ ਯੋਗਤਾ ਨਾਲ ਉਹਨਾਂ ਨੂੰ ਰੋਜ਼ਗਾਰਯੋਗ ਬਣਾਉਣ ਬਾਰੇ ਵਿਚਾਰ ਵਟਾਂਦਰਾ ਕਰਨਾ ਸੀ। ਸਿੱਖ ਵਿਦਿਅਕ ਕਾਨਫਰੰਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਜਿਹੜੀ ਕਿ SGPC ਦੀ ਯੂਨੀਵਰਸਿਟੀ ਹੈ, ਪਹਿਲੀ ਯੂਨੀਵਰਸਿਟੀ ਬਣਾਈ ਹੈ, ਉਹਦੇ ਵਿੱਚ ਇੱਥੋਂ ਦੇ ਵਾਈਸ ਚਾਂਸਲਰ ਡਾਕਟਰ ਗੁਰਮੋਹਨ ਸਿੰਘ ਵਾਲੀਆ ਉਹਨਾਂ ਦਾ ਬਹੁਤ ਵਧੀਆ ਇਹ ਸ਼ਲਾਘਾਯੋਗ ਉੱਦਮ ਹੈ ਕਿ ਉਹਨਾਂ ਨੇ ਸਾਰੇ ਹੀ SGPC ਦੇ ਇੰਸਟੀਟਿਊਸ਼ਨ, ਕਾਲਜਾਂ, ਸਕੂਲਾਂ ਦੇ ਪ੍ਰਿੰਸੀਪਲ ਤੇ ਉਹਨਾਂ ਦੇ ਟੀਚਰਸ ਬੁਲਾ ਕੇ ਉਹਨਾਂ ਨੂੰ ਇੱਕ ਵਿਚਾਰ ਵਟਾਂਦਰਾ ਕਰਨ ਲਈ ਪਲੇਟਫਾਰਮ ਪ੍ਰੋਵਾਈਡ ਕੀਤਾ। ਇਹਦੇ ਵਿੱਚ ਕਾਫੀ ਜਿਹੜੇ ਬਾਹਰੋਂ ਟੀਚਰ ਜਾਂ ਪ੍ਰਿੰਸੀਪਲ ਜਾਂ ਹੋਰ ਜਿਹੜੇ ਕਹਿ ਲਓ SGPC ਨਾਲ ਅਦਾਰਿਆਂ ਨਾਲ ਸੰਬੰਧਿਤ ਵਿਅਕਤੀ ਨੇ, ਉਹਨਾਂ ਨੇ ਆਪਣਾ ਅੱਛੇ ਵਿਚਾਰ ਰੱਖੇ। ਇੱਕ ਦੋ ਗੱਲਾਂ ਬੜੀਆਂ ਮੈਨੂੰ ਵੀ ਅੱਛੀਆਂ ਲੱਗੀਆਂ ਕਿ ਜਿਹੜੀਆਂ ਆਉਣ ਵਾਲੇ ਸਮੇਂ 'ਚ
ਸਾਨੂੰ ਜ਼ਰੂਰ ਲਾਗੂ ਕਰਨੇ ਚਾਹੀਦੇ ਨੇ, ਜਿਵੇਂ ਕਿ ਜਿੱਦਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਣਿਆ ਹੋਇਆ ਪੰਜਾਬ 'ਚ, ਉਹਦੇ ਪੈਟਰਨ ਤੇ SGPC ਦੇ ਅਦਾਰਿਆਂ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਰਿਲੀਜੀਅਸ ਆਰਗੇਨਾਈਜੇਸ਼ਨ ਬਣਾਉਣੀ ਚਾਹੀਦੀ ਹੈ। ਦੂਸਰਾ, ਜਿੱਥੇ ਤੱਕ ਕਾਲਜਾਂ ਦੇ ਇਨਫਰਾਸਟ੍ਰਕਚਰ ਜਾਂ ਹੋਰ ਫੈਸਿਲਿਟੀਆਂ ਦਾ ਕਹਿ ਲਓ ਸਵਾਲ ਹੈ, ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਕਿ ਅੱਜ ਦੀ ਡੇਟ 'ਚ ਪੰਜਾਬ ਦੇ ਵਿੱਚ ਘੱਟੋ ਘੱਟ ਜਿੰਨੇ ਵੀ SGPC ਦੇ ਕਾਲਜ ਨੇ ਉਹ ਬਾਕੀਆਂ ਆਰਗੇਨਾਈਜੇਸ਼ਨ ਦੇ ਕਿਸੇ ਵੀ ਕਾਲਜ ਨਾਲੋਂ ਘੱਟ ਨਹੀਂ, ਰਾਦਰ ਅੱਗੇ ਹੀ ਨੇ। ਮੈਨੂੰ ਬਾਹਰ ਵੀ ਕਈ ਵਾਰੀ ਜਾਣ ਦਾ ਮੌਕਾ ਮਿਲਿਆ, ਉੱਥੇ ਵੀ ਅਸੀਂ ਦੇਖਿਆ ਕਿ ਜੇ ਇਨਫਰਾਸਟ੍ਰਕਚਰ ਵਾਈਜ਼ ਸਾਡੇ ਕਈ 3-4 ਕਾਲਜਾਂ ਦੇ ਇਨਫਰਾਸਟ੍ਰਕਚਰ ਹੈ ਵਾਲੀਆਂ ਯੂਨੀਵਰਸਿਟੀਆਂ ਦੇ ਨਾਲੋਂ ਕਿਤੇ ਅਸੀਂ ਅੱਗੇ ਹਾਂ ਉਹਨਾਂ ਵਿੱਚ। ਸੋ ਇਸ ਤਰ੍ਹਾਂ ਦੇ ਪਲੇਟਫਾਰਮ ਮੈਨੂੰ ਲੱਗਦਾ ਕਿ ਰੈਗੂਲਰਲੀ ਮੀਟਿੰਗਸ ਕੋਈ ਇਸ ਤਰ੍ਹਾਂ ਕਾਨਫਰੰਸ ਹੋਣੀਆਂ ਚਾਹੀਦੀਆਂ ਨੇ। ਵਿਸ਼ੇਸ਼ ਮਹਿਮਾਨ ਵਜੋਂ ਇਸ ਕਾਨਫਰੰਸ ਵਿੱਚ ਪਹੁੰਚੇ ਸਨ ਬਲਵਿੰਦਰ ਸਿੰਘ ਜੌੜਾ, ਸਕੱਤਰ ਸਿੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਹਨਾਂ ਨੇ ਇਸ ਕਾਨਫਰੰਸ ਖਾਤਰ ਜਿੱਥੇ ਵਾਈਸ ਚਾਂਸਲਰ ਦਾ ਧੰਨਵਾਦ ਕੀਤਾ, ਉੱਥੇ ਵਧਾਈ ਦਿੱਤੀ ਤੇ ਯਕੀਨ ਦਿਵਾਇਆ ਕਿ ਜੋ ਸਵਾਲ ਇਸ ਕਾਨਫਰੰਸ ਵਿੱਚ ਉਭਰੇ ਨੇ ਉਹਨਾਂ ਨੂੰ ਪ੍ਰਬੰਧਕੀ ਪੱਧਰ ਤੇ ਹੱਲ ਕੀਤਾ ਜਾਏਗਾ। ਉਹਨਾਂ ਕਿਹਾ ਕਿ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦਾ ਰਵੱਈਆ ਵਿਦਿਆ ਪ੍ਰਤੀ ਬਹੁਤ ਹੀ ਸਹਿਰਦ ਹੈ, ਇਸ ਲਈ ਸਾਰਿਆਂ ਦੇ ਸੁਝਾਵਾਂ ਉੱਪਰ ਅਮਲ ਕਰਨ ਦਾ ਉਹ ਯਤਨ ਕਰਨਗੇ। ਉਹਨਾਂ ਨੇ ਵੀ ਕਿਹਾ ਕਿ ਪ੍ਰਿੰਸੀਪਲ ਸਾਹਿਬਾਨਾਂ ਦੀ ਲਗਾਤਾਰ ਵਰਕਸ਼ਾਪ ਲਗਾ ਕੇ ਆਪਸ ਵਿੱਚ ਸਹਿਯੋਗ ਵਧਾਉਣ ਦਾ ਯਤਨ ਵੀ ਕੀਤਾ ਜਾਏਗਾ। ਕਾਨਫਰੰਸ ਦੀ ਪ੍ਰਧਾਨਗੀ ਭਾਸ਼ਣ ਵਿੱਚ ਡਾਕਟਰ ਗੁਰਮੋਹਨ ਸਿੰਘ ਵਾਲੀਆ ਨੇ ਬੋਲਦਿਆਂ ਕਿਹਾ ਕਿ ਇਸ ਕਾਨਫਰੰਸ ਵਿੱਚ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ ਤੇ ਅਧਿਆਪਕਾਂ ਸਾਹਿਬਾਨਾਂ ਨੇ ਹਿੱਸਾ ਲਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਪਹਿਲਾਂ ਆਪ ਧਾਰਨ ਕਰਨ ਉਪਰੰਤ ਸਿੱਖਿਆ ਰਾਹੀਂ ਹੋਰ ਮਨੁੱਖਤਾ ਤੱਕ ਪਹੁੰਚਾਉਣ ਦੇ ਉਪਰਾਲੇ ਕਰਨੇ ਚਾਹੀਦੇ ਨੇ। ਉਹਨਾਂ ਕਿਹਾ ਕਿ ਆਜ਼ਾਦ, ਨਿਰਪੱਖ ਅਤੇ ਹਾਂ ਪੱਖੀ ਰਵੱਈਏ ਨਾਲ ਹੀ ਅਸੀਂ ਸਿੱਖ ਸਦਾਚਾਰ ਦਾ ਸੁਨੇਹਾ ਦੇ ਸਕਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 35 ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਨੇ ਅਤੇ ਹਰ ਕਾਲਜ ਤੋਂ 3 ਅਧਿਆਪਕ ਸਾਹਿਬਾਨ ਨੇ ਭਾਗ ਲਿਆ। ਤਕਰੀਬਨ 100 ਅਧਿਆਪਕ ਸਾਹਿਬਾਨ ਸਨ ਤੇ 35 ਪ੍ਰਿੰਸੀਪਲ ਸਾਹਿਬਾਨ। ਜਿਹੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜ ਨੇ ਤੇ ਹੋਰ ਜਿਹੜੇ ਖਾਲਸਾ ਕਾਲਜ ਨੇ, ਉਹਨਾਂ ਵਿੱਚ ਅਸੀਂ ਜਿਹੜੀ ਸਾਡੀ ਧਾਰਮਿਕ ਅਤੇ ਵਿਰਸੇ ਤੇ ਇਤਿਹਾਸ ਨਾਲ ਜੁੜੀਆਂ ਹੋਈਆਂ ਜਿਹੜੇ ਸਰੋਕਾਰ ਨੇ, ਉਹਨਾਂ ਨੂੰ ਅਸੀਂ ਆਪਣੇ ਨੌਜਵਾਨ ਵਿਦਿਆਰਥੀਆਂ ਤੱਕ ਅਤੇ ਸਮਾਜ ਤੱਕ ਕਿਵੇਂ ਪਹੁੰਚਾ ਸਕਦੇ ਹਾਂ। ਇਸ ਦੇ ਨਾਲ ਹੀ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਵਿਦਿਆਰਥੀਆਂ ਨੂੰ ਐਥਿਕਸ ਬਾਰੇ, ਮੋਰੈਲਿਟੀ ਬਾਰੇ ਤੇ ਹਿਊਮਨ ਵੈਲਿਊਜ਼ ਬਾਰੇ ਅਸੀਂ ਜਿਹੜਾ ਹੈ ਉਹ ਕਿਸੇ ਤਰੀਕੇ ਨਾਲ ਵਿਦਿਆ ਦੇ ਸਕੀਏ, ਜਾਣਕਾਰੀ ਦੇ ਸਕੀਏ, ਤਾਂ ਜੋ ਇੱਕ ਚੰਗੇ ਇਨਸਾਨ ਬਣ ਸਕਣ। ਕਾਨਫਰੰਸ ਵਿੱਚ ਡਾਕਟਰ ਜਤਿੰਦਰ ਕੌਰ, ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਨੇ ਇਸ ਕਾਨਫਰੰਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ 21ਵੀਂ ਸਦੀ ਦੇ ਵਿੱਚ ਸਿੱਖ ਵਿਦਿਅਕ ਸੰਸਥਾਵਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਅਧਿਆਪਕ ਤੇ ਪੜ੍ਹਾਉਣ ਦੀ ਵਿਧੀ ਤੇ ਵੱਖ-ਵੱਖ ਪਹਿਲੂਆਂ ਪ੍ਰਤੀ ਭਾਗੀਦਾਰੀ ਕਿਸ ਤਰ੍ਹਾਂ ਵਧਾਈ ਜਾ ਸਕਦੀ ਹੈ, ਇਸ ਤੇ ਚਰਚਾ ਕੀਤੀ ਗਈ ਹੈ। ਉਹਨਾਂ ਅਮੀਰ ਵਿਰਸੇ ਦੀ ਪਛਾਣ ਉੱਪਰ ਜ਼ੋਰ ਦਿੱਤਾ ਤੇ ਕਿਹਾ ਕਿ ਨੈਤਿਕ ਸਦਾਚਾਰਕ ਸਮਾਜ ਸਿਰਜਣ ਲਈ ਸਾਡਾ ਸੱਭਿਆਚਾਰਕ ਪਛਾਣ ਦੀਆਂ ਜੜ੍ਹਾਂ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਵਰਲਡ ਯੂਨੀਵਰਸਿਟੀ ਦੇ ਵਿੱਚ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਸਰਦਾਰ ਅਵਤਾਰ ਸਿੰਘ ਜੀ ਮੱਕੜ ਹੁਰਾਂ ਦੀ ਰਹਿਨੁਮਾਈ ਦੇ ਵਿੱਚ ਵਾਈਸ ਚਾਂਸਲਰ ਡਾਕਟਰ ਗੁਰਮੋਹਨ ਸਿੰਘ ਵਾਲੀਆ ਹੁਰਾਂ ਦੇ ਉਦਮ ਦੇ ਨਾਲ ਸਿੱਖ ਵਿਦਿਅਕ ਚੇਤਨਾ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਹਨੂੰ ਕਿ ਮੈਂ ਤਹਿ ਦਿਲੋਂ ਇਸ ਦੀ ਸ਼ਲਾਘਾ ਕਰਦੀ ਹਾਂ। ਕਾਰਨ ਇਹ ਹੈ ਕਿ ਬਹੁਤ ਜ਼ਰੂਰਤ ਹੈ ਕਿ ਜੋ ਸਕੇਟਡ ਐਫਰਟਸ ਹੋ ਰਹੇ ਆ ਸਕੂਲਾਂ ਕਾਲਜਾਂ ਦੇ ਵਿੱਚ, ਉਹਨਾਂ ਦਾ ਇੱਕ ਵੇਲੇ ਜਾਇਜ਼ਾ ਲਿਆ ਜਾਵੇ ਔਰ ਉਸ ਤੋਂ ਬਾਅਦ ਅੱਗੇ ਵਧਿਆ ਜਾਏ। ਦਿਸ ਇਜ਼ ਟਾਈਮ ਆਫ ਰੀਸਟਰਕਚਰਿੰਗ, ਰੀਕਨਸਟੀਟਿਊਟਿੰਗ ਦਾ ਥਿੰਗਸ। ਸੋ ਇਹ ਵਿਦਿਅਕ ਕਾਨਫਰੰਸ ਹੈ ਜਿਹੜੀ, ਇਹ ਸਾਨੂੰ ਇਸ ਗੱਲ ਲਈ ਤਿਆਰ ਕਰੇਗੀ ਕਿ 21ਵੀਂ ਸਦੀ ਦੇ ਵਿੱਚ ਸਿੱਖ ਵਿਦਿਅਕ ਸੰਸਥਾਵਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਉੱਥੇ ਦੇ ਟੀਚਿੰਗ ਲਰਨਿੰਗ ਮੈਥਡੋਲੋਜੀਜ਼ ਕਿਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਨੇ, ਉੱਥੇ ਦੇ ਇਵੈਲੂਏਸ਼ਨ ਪ੍ਰੋਸੀਜਰਸ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਔਰ ਉਹਨਾਂ ਦੀ ਕਮਿਊਨਿਟੀ ਪਾਰਟਿਸਿਪੇਸ਼ਨ ਤੇ ਫੋਕਸ ਹੈ ਜਿਹੜੀ, ਉਹਨਾਂ ਦੀ ਭਾਗੀਦਾਰੀ ਹੈ ਜਿਹੜੀ, ਉਹ ਕਿਸ ਤਰ੍ਹਾਂ ਵਧਾਈ ਜਾ ਸਕਦੀ ਹੈ ਤਾਂ ਕਿ ਸਿੱਖ ਫਲਸਫਾ ਹੈ ਜਿਹੜਾ ਉਹ ਫੈਲਣ ਦੇ ਨਾਲ ਨਾਲ ਉਹਦਾ ਪਰਉਪਕਾਰ ਵਾਲਾ ਕਨਸੈਪਟ ਹੈ ਜੋ ਉਹ ਸੁਸਾਇਟੀ ਨੂੰ ਸਹਾਈ ਹੋਵੇ। ਇਸ ਖਾਸ ਪੇਸ਼ਕਸ਼ ਦੇ ਵਿੱਚ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਅਹਿਮ ਗਤੀਵਿਧੀਆਂ, ਸਿੱਖ ਇਤਿਹਾਸ ਤੇ ਚਲੰਤ ਮੁੱਦਿਆਂ ਤੋਂ ਜਾਣੂ ਕਰਵਾ ਸਕੀਏ। ਕੋਈ ਵੀ ਵਿਚਾਰ, ਕੋਈ ਵੀ ਸੁਝਾਅ ਇਸ ਪ੍ਰੋਗਰਾਮ ਸੰਬੰਧੀ ਦੇਣਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰ ਲਓ। ਸਾਡਾ ਈਮੇਲ ਪਤਾ feedback@ptcnetwork.tv। ਅਗਲੇ ਹਫਤੇ ਖਾਸ ਪ੍ਰੋਗਰਾਮ
ਸਿੱਖ ਸਰਗਰਮੀਆਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।